ਮੁਲਕ ਨੂੰ ਇੱਕ ਖਾਸ ਰੰਗ ਵਿੱਚ ਰੰਗਣ ਤੇ ਉਤਾਰੂ ਬੀਜੇਪੀ ਆਰਐਸਐਸ ਕੀ ਹੁਣ ਇਤਿਹਾਸ ਨੂੰ ਤੋੜਨ ਮਰੋੜਨ ਦੀਆਂ ਵਿਉਂਤਾਂ ਬਣਾ ਰਹੀ ਹੈ। ਸਕੂਲ ਸਿਲੇਬਸ ਵਿੱਚ ਸਿੱਖਾਂ ਤੇ ਮਰਾਠਿਆਂ ਦੇ ਇਤਿਹਾਸ ਦੀ ਸ਼ਮੂਲੀਅਤ ਨੂੰ ਲੈ ਕੇ ਚੱਲ ਰਹੀ ਚੁੰਝ ਚਰਚਾ ਤੋਂ ਬਾਅਦ ਸਵਾਲ ਉੱਠ ਰਹੇ ਨੇ, ਜਿਸ ਦੇ ਲਈ ਬਕਾਇਦਾ ਤੌਰ ਤੇ ਕਮੇਟੀ ਬਣਾਈ ਗਈ ਹੈ। ਸੋ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕੀ ਆਰਐਸਐਸ, ਜਿਸ ਦੀ ਇਹ ਮੂਲ ਧਾਰਨਾ ਹੈ ਸਿੱਖ ਹਿੰਦੂ ਧਰਮ ਦੀ ਹੀ ਸ਼ਾਖਾ ਹੈ, ਸੋ ਇਸ ਇਤਿਹਾਸ ਹਮਲੇ ਜਰੀਏ ਇਤਿਹਾਸ ਨੂੰ ਪਲਟਣ ਦੀ ਤਿਆਰੀ ਹੈ। ਪਹਿਲਾਂ ਕਾਂਗਰਸ ਦੇ ਚਮਚੇ ਤੋਂ ਲਿਖੇ ਇਤਿਹਾਸ ਨੂੰ ਹੁਣ ਭਗਵੀਂ ਪੁੱਠ ਚੜਨ ਤੇ ਇਹ ਭਗਮਾ ਬ੍ਰਿਗੇਡ ਅਮਾਦਾ ਹੈ। ਪਰ ਵੱਡਾ ਸਵਾਲ ਕਿ ਐਸਜੀਪੀਸੀ ਸਮੇਤ ਸਿੱਖ ਨੁਮਾਇੰਦਾ ਸੰਸਥਾਵਾਂ ਕਿਉਂ ਸੁੱਤੀਆਂ ਹੋਈਆਂ ਨੇ ਕਿ ਸਿੱਖ ਇਤਿਹਾਸ ਦੇ ਭਗਮਾ ਕਰਨ ਖਿਲਾਫ ਉਹ ਕੋਈ ਕਦਮ ਪੁੱਟਣਗੇ। ਅਸਲ ਵਿੱਚ ਇਹ ਦੱਸਦੇ ਹੋਏ ਕਿ ਵਿਦਿਆਰਥੀਆਂ ਲਈ ਵਿਦਿਅਕ ਸਮੱਗਰੀ ਪੱਖਪਾਤ ਤੋਂ ਮੁਕਤ ਹੋਣੀ ਚਾਹੀਦੀ ਹੈ। ਸਿੱਖਿਆ ਤੇ ਇੱਕ ਸੰਸਦੀ ਕਮੇਟੀ ਨੇ ਸਕੂਲੀ ਇਤਿਹਾਸ ਦੀਆਂ ਪਾਠ ਪੁਸਤਕਾਂ ਵਿੱਚ ਭਾਰਤੀ ਸੁਤੰਤਰਤਾ ਸੈਨਾਨੀਆਂ ਨੂੰ ਦਰਸਾਉਣ ਦੇ ਤਰੀਕੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ ਅਤੇ ਸਿਫਾਰਿਸ਼ ਕੀਤੀ ਹੈ ਕਿ ਵੇਦਾਂ ਤੋਂ ਪ੍ਰਾਚੀਨ ਬੁੱਧੀ ਅਤੇ ਗਿਆਨ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸਿੱਖਿਆ, ਔਰਤਾਂ, ਬੱਚਿਆਂ, ਨੌਜਵਾਨਾਂ ਅਤੇ ਖੇਡਾਂ ਬਾਰੇ ਸਥਾਈ ਕਮੇਟੀ ਦੀ ਰਿਪੋਰਟ, ਜਿਸ ਦੀ ਅਗਵਾਈ ਭਾਜਪਾ ਦੇ ਸੰਸਦ ਮੈਂਬਰ ਵਿਨੇ ਪੀ ਸਹਿਸਰਬੁੱਧੇ ਕਰ ਰਹੇ ਨੇ, ਉਹਨਾਂ ਨੇ ਸਿਲੇਬਸ ਵਿੱਚ ਸਿੱਖ ਅਤੇ ਮਰਾਠਾ ਇਤਿਹਾਸ ਨੂੰ ਸ਼ਾਮਲ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ। ਰਾਜ ਸਭਾ ਵਿੱਚ ਇਸ ਬਾਰੇ ਪੇਸ਼ ਰਿਪੋਰਟ ਵਿੱਚ ਕਿਹਾ ਗਿਆ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਹਿੱਸਿਆਂ ਤੋਂ ਆਏ ਭਾਰਤੀ ਸੁਤੰਤਰਤਾ ਸੈਨਾਨੀਆਂ ਅਤੇ ਉਹਨਾਂ ਦੇ ਯੋਗਦਾਨ ਨੂੰ ਇਤਿਹਾਸ ਦੀਆਂ ਪਾਠ ਪੁਸਤਕਾਂ ਵਿੱਚ ਸਥਾਨ ਦੇਣ ਦੇ ਤਰੀਕੇ ਬਾਰੇ ਪ੍ਰਮੁੱਖ ਇਤਿਹਾਸਕਾਰਾਂ ਨਾਲ ਚਰਚਾ ਅਤੇ ਸਮੀਖਿਆ ਕਰਨ ਦੀ ਲੋੜ ਹੈ। ਇਸ ਦੇ ਨਤੀਜੇ ਵਜੋਂ ਭਾਰਤੀ ਸੁਤੰਤਰਤਾ ਸੰਗਰਾਮ ਬਾਰੇ ਵਧੇਰੇ ਸੰਤੁਲਿਤ ਅਤੇ ਨਿਰਣਾਇਕ ਧਾਰਨਾ ਪੈਦਾ ਹੋਵੇਗੀ। ਇਸ ਸੁਤੰਤਰਤਾ ਅੰਦੋਲਨ ਵਿੱਚ ਹੁਣ ਤੱਕ ਅਣਜਾਣ ਆਜ਼ਾਦੀ ਘੁਲਾਟਿਆਂ ਨੂੰ ਉਚਿਤ ਸਥਾਨ ਪ੍ਰਦਾਨ ਕਰਨ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗਾ। ਮੰਗਲਵਾਰ ਨੂੰ ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਕਿ ਸਿੱਖ ਅਤੇ ਮਰਾਠਾ ਇਤਿਹਾਸ ਦੇ ਹੋਰਾਂ ਦੇ ਰੂਪ ਵਿੱਚ ਭਾਈਚਾਰਕ ਪਛਾਣ ਆਧਾਰਿਤ ਇਤਿਹਾਸ ਦੀ ਨੁਮਾਇੰਦਗੀ ਦੀ ਸਮੀਖਿਆ ਅਤੇ ਪਾਠ ਪੁਸਤਕਾਂ ਵਿੱਚ ਉਹਨਾਂ ਦੀ ਢੁਕਵੀਂ ਸ਼ਮੂਲੀਅਤ ਉਹਨਾਂ ਦੇ ਯੋਗਦਾਨ ਦੇ ਵਧੇਰੇ ਨਿਰਣਾਇਕ ਦ੍ਰਿਸ਼ਟੀਕੋਣ ਵਿੱਚ ਮਦਦ ਕਰੇਗੀ। ਕਮੇਟੀ ਵਿੱਚ 10 ਰਾਜ ਸਭਾ ਮੈਂਬਰ ਨੇ, ਜਿਨ੍ਹਾਂ ਵਿੱਚ ਭਾਜਪਾ ਦੇ 4 ਹੈ ਅਤੇ ਇਸ ਦੇ 21 ਲੋਕ ਸਭਾ ਮੈਂਬਰਾਂ ਵਿੱਚੋਂ 12 ਭਾਜਪਾ ਦੇ ਨੇ। ਕਮੇਟੀ ਨੇ ਪਾਠ ਪੁਸਤਕਾਂ ਵਿੱਚੋਂ ਭਾਰਤ ਦੇ ਰਾਸ਼ਟਰੀ ਨਾਇਕਾਂ ਬਾਰੇ ਗੈਰ ਇਤਿਹਾਸਿਕ ਤੱਥਾਂ ਅਤੇ ਵਿਗਾੜਾਂ ਦੇ ਸੰਦਰਭਾਂ ਨੂੰ ਹਟਾਉਣ, ਭਾਰਤੀ ਇਤਿਹਾਸ ਦੇ ਸਾਰੇ ਦੌਰਾਂ ਦੇ ਅਨੁਪਾਤਕ ਸੰਦਰਭਾਂ ਨੂੰ ਯਕੀਨੀ ਬਣਾਉਣ ਅਤੇ ਸਕੂਲੀ ਸਿਲੇਬਸ ਦੀ ਸਮੱਗਰੀ ਅਤੇ ਡਿਜ਼ਾਈਨ ਵਿੱਚ ਸੁਧਾਰਾਂ ਬਾਰੇ ਰਿਪੋਰਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਨਵਰੀ ਤੋਂ ਕੇਂਦਰੀ ਸਿੱਖਿਆ ਮੰਤਰਾਲੇ, ਸੀਬੀਐਸਈ, ਐਨਸੀਈਆਰਟੀ ਅਤੇ ਮਹਾਰਾਸ਼ਟਰ ਐਸਸੀਈਆਰਟੀ ਤੋਂ ਇਲਾਵਾ 7 ਸੰਗਠਨਾਂ ਨੇ ਕਮੇਟੀ ਦੇ ਸਾਹਮਣੇ ਪੇਸ਼ ਕੀਤਾ, ਜਿਸ ਵਿੱਚ 3 ਆਰਐਸਐਸ ਸੰਬੰਧਿਤ ਸੰਗਠਨ ਸ਼ਾਮਲ ਨੇ: ਭਾਰਤੀ ਸਿੱਖ ਮੰਡਲ, ਸਿੱਖਿਆ ਸੰਸਕ੍ਰਿਤੀ ਉਤਥਾਨ ਨਿਆਸ ਅਤੇ ਵਿਦਿਆ ਭਾਰਤੀ। ਇਸ ਤੋਂ ਇਲਾਵਾ ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੇ ਨੁਮਾਇੰਦੇ ਅਤੇ ਜੇਐਸ ਰਾਜਪੂਤ, ਜੋ ਕਿ 1999 ਅਤੇ 2004 ਦੇ ਵਿਚਕਾਰ ਐਨਸੀਈਆਰਟੀ ਦੇ ਡਾਇਰੈਕਟਰ ਸਨ, ਪੈਨਲ ਦੇ ਸਾਹਮਣੇ ਪੇਸ਼ ਹੋਣ ਵਾਲੇ ਹੋਰਨਾਂ ਵਿੱਚੋਂ ਨੇ। ਕਮੇਟੀ ਦੀਆਂ ਸਿਫਾਰਸ਼ਾਂ ਦਾ ਸਖਤ ਵਿਰੋਧ ਕਰਦੇ ਹੋਏ ਇੰਡੀਅਨ ਹਿਸਟਰੀ ਕਾਂਗਰਸ, ਜਿਸ ਨੇ ਇੱਕ ਬਿਆਨ ਵੀ ਦਿੱਤਾ ਹੈ, ਜਿਸ ਨੇ ਕਿਹਾ, ਹਾਲਾਂਕਿ ਇੱਕ ਸਮੀਖਿਆ ਪ੍ਰਕਿਰਿਆ ਹਮੇਸ਼ਾ ਜ਼ਰੂਰੀ ਹੁੰਦੀ ਹੈ, ਇਸ ਵਿੱਚ ਦੇਸ਼ ਭਰ ਦੇ ਮਾਨਤਾ ਪ੍ਰਾਪਤ ਵਿਦਵਾਨਾਂ ਨੂੰ ਸ਼ਾਮਲ ਕਰਨਾ ਅਤੇ ਲੋੜੀਂਦੇ ਧਿਆਨ ਨਾਲ ਕੀਤਾ ਜਾਣਾ ਚਾਹੀਦਾ ਹੈ। ਅਕਾਦਮਿਕ ਸਮੱਗਰੀ ਵੱਖ-ਵੱਖ ਇਤਿਹਾਸਿਕ ਦੌਰਾਂ ਦੀ ਖੋਜ ਆਧਾਰਿਤ ਸਮਝ ਤੋਂ ਲਿਆ ਗਿਆ ਹੈ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਐਨਸੀਈਆਰਟੀ ਅਤੇ ਰਾਜ ਐਸਸੀਈਆਰਟੀਜ਼ ਨੂੰ ਸਕੂਲ ਦੇ ਪਾਠਕ੍ਰਮ ਵਿੱਚ ਵੇਦਾਂ ਅਤੇ ਹੋਰ ਮਹਾਨ ਭਾਰਤੀ ਗ੍ਰੰਥਾਂ, ਪੁਸਤਕਾਂ ਤੋਂ ਜੀਵਨ ਅਤੇ ਸਮਾਜ ਬਾਰੇ ਪ੍ਰਾਚੀਨ ਗਿਆਨ ਅਤੇ ਸਿੱਖਿਆ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਨਾਲ ਹੀ ਨਾਲੰਦਾ, ਵਿਕਰਮਸ਼ਿਲਾ ਅਤੇ ਤਕਸ਼ਿਲਾ ਵਰਗੀਆਂ ਪ੍ਰਾਚੀਨ ਯੂਨੀਵਰਸਿਟੀਆਂ ਵਿੱਚ ਅਪਣਾਈਆਂ ਗਈਆਂ ਵਿਦਿਅਕ ਵਿਧੀਆਂ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਅਤੇ ਅਧਿਆਪਕਾਂ ਲਈ ਇਹ ਮਾਡਲ ਸੰਦਰਭ ਵਜੋਂ ਕੰਮ ਕਰਨ ਲਈ ਢੁਕਵੇਂ ਰੂਪ ਵਿੱਚ ਸੋਧਿਆ ਜਾਣਾ ਚਾਹੀਦਾ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ, ਸਤੰਬਰ ਵਿੱਚ ਸਿੱਖਿਆ ਮੰਤਰਾਲੇ ਨੇ ਐਨਸੀਈਆਰਟੀ ਪਾਠਕ੍ਰਮ ਵਿੱਚ ਤਬਦੀਲੀਆਂ ਦੇ ਲਈ ਵਿਆਪਕ ਦਿਸ਼ਾ ਨਿਰਦੇਸ਼ਾਂ ਨੂੰ ਤਿਆਰ ਕਰਨ ਲਈ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਨੂੰ ਅਪਡੇਟ ਕਰਨ ਲਈ ਇਸਰੋ ਦੇ ਸਾਬਕਾ ਮੁਖੀ ਕੇ ਕਸਤੂਰੀ ਰੰਗਾ ਦੀ ਅਗਵਾਈ ਵਿੱਚ ਇੱਕ 12 ਮੈਂਬਰੀ ਰਾਸ਼ਟਰੀ ਸਟੀਅਰਿੰਗ ਕਮੇਟੀ ਦਾ ਗਠਨ ਕੀਤਾ ਸੀ। ਐਨਸੀਈਆਰਟੀ ਨੇ ਕਮੇਟੀ ਨੂੰ ਸੂਚਿਤ ਕੀਤਾ ਹੈ ਕਿ ਉਹ ਗੈਰ ਇਤਿਹਾਸਿਕ ਮੁੱਦਿਆਂ ਦੇ ਸਬੰਧ ਵਿੱਚ ਕੁਝ ਮੁੱਦਿਆਂ ਦਾ ਤੁਰੰਤ ਵਿਸ਼ਲੇਸ਼ਣ ਅਤੇ ਹੱਲ ਕਰਨ ਲਈ ਇੱਕ ਪੈਨਲ ਦੇ ਗਠਨ ਦੀ ਪ੍ਰਕਿਰਿਆ ਵਿੱਚ ਹੈ। ਅਸਲ ਵਿੱਚ ਇਤਿਹਾਸ ਉੱਪਰ ਹਮਲੇ ਦੀ ਇਹ ਲੁਕਮੀ ਰਣਨੀਤੀ ਹੈ। ਆਜ਼ਾਦੀ ਅੰਦੋਲਨ ਦੌਰਾਨ ਆਰਐਸਐਸ ਆਪਣੀ ਰਣਨੀਤੀ ਨੂੰ ਲੈ ਕੇ ਘਿਰਦੀ ਰਹੀ ਤਾਂ ਕਿ ਇਸ ਨਵੀਂ ਚਾਲ ਜ਼ਰੀਏ ਇਤਿਹਾਸ ਨੂੰ ਬਦਲਣ ਦੀ ਤਿਆਰੀ ਕੀਤੀ ਜਾਵੇ। ਕਿਹੋ ਜਿਹਾ ਸਿੱਖ ਇਤਿਹਾਸ ਉਹ ਸਿਲੇਬਸ ਵਿੱਚ ਸ਼ਾਮਲ ਕਰਨ ਜਾ ਰਹੇ ਨੇ, ਇਸ ਦੀ ਤਸਦੀਕ ਐਸਜੀਪੀਸੀ ਸਮੇਤ ਨੁਮਾਇੰਦਾ ਸਿੱਖ ਸੰਸਥਾਵਾਂ ਨੂੰ ਵੀ ਕਰਨੀ ਚਾਹੀਦੀ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।